ਇੱਕ ਪਿਛਲੇ ਸਮੇਂ ਦੀ ਗੱਲ ਹੈ, ਬੜੀ ਪੁਰਾਣੀ। ਇੱਕ ਰਾਜਾ ਸੀਗਾ, ਉਹਦੇ ਦੋ ਰਾਣੀਆਂ ਸੀਗੀਆਂ। ਉਹਨਾਂ ਦੇ ਕੋਈ ਬੱਚਾ ਨਾ ਹੋਇਆ, ਕਿਉਂ ਔਲਾਦ ਬੜੀ ਵੱਡੀ ਚੀਜ਼ ਹੈ। ਬਾਕੀ ਉਹਨਾਂ ਸਮਿਆਂ 'ਚ ਤਾਂ ਇਹ ਸੀਗਾ ਵੀ ਜੇ ਪੁੱਤ ਨਹੀਂ ਤਾਂ ਉਹਦੀ ਗਤੀ ਨਹੀਂ ਹੁੰਦੀ, ਪੁੱਤਰ ਤੋਂ ਬਿਨਾਂ ਵੀ ਗਤੀ ਨਹੀਂ ਹੁੰਦੀ। ਉਹ ਸਮਿਆਂ ਦੇ ਵਿੱਚ ਤਾਂ ਇਹ ਚੀਜ਼ ਗਿਣੀ ਜਾਂਦੀ ਸੀਗੀ। ਅਤੇ ਬਾਦਸ਼ਾਹ ਨੇ ਕਿਹਾ ਵੀ ਮੇਰਾ ਰਾਜ ਭਾਗ ਤਾਂ ਇਵੇਂ ਜਾਊ, ਨਾ ਮੇਰੀ ਗਤੀ ਹੋਣੀ ਆ, ਮੈਂ ਤਾਂ ਅਭਿਆਗਤੀ ਮਰ ਜੂੰਗਾ। ਉਹਨੇ ਇੱਕ ਰਾਣੀ ਹੋਰ ਵਿਆਹ ਲਈ। ਉਹ ਰਾਣੀ ਦਾ ਨਾਂ ਸੂਰਜਮੁਖੀ ਸੀ, ਬੜੀ ਸੋਹਣੀ ਸੁਨੱਖੀ ਵਿਆਹੀ। ਅਤੇ ਉਹ ਜਦੋਂ ਦੂਜੀਆਂ ਰਾਣੀਆਂ, ਉਹ ਵਿਆਹਿਆਂ ਦੀ ਦੂਜੀਆਂ ਰਾਣੀਆਂ ਦਾ ਦੁੱਖ ਮੰਨਣ ਲੱਗ ਗਈਆਂ, ਕਿਉਂ ਸੌਂਕਣ ਬਣ ਗਈ। ਸੌਂਕਣ ਦਾ ਅਸਲੀ ਅਰਥ ਇਹ ਹੈ ਵੀ ਜਿਵੇਂ ਆਪਣੀ ਅੱਖ 'ਚ ਕਣ ਪੈ ਜਾਂਦਾ ਹੈ, ਉਹ ਨਾ ਨਿਕਲੇ, ਰੜਕਦਾ ਰਹੇ। ਦੇਖ ਲਓ ਕਿੰਨੀ ਤਕਲੀਫ ਹੈ ਉਹਦੀ। ਸੌਂਕਣ ਉਹਦਾ ਅਸਲੀ ਅਰਥ ਕਣ ਹੈ, ਵੀ ਕਣ ਵਾਂਗੂ ਸੌਂਕਣ ਰੜਕਦੀ ਹੈ। ਫਿਰ ਉਹ ਬੜੀਆਂ ਦੁਖੀ ਹੋਈਆਂ ਵੀ ਇਹਦੇ ਬੱਚਾ ਹੋ ਗਿਆ, ਜੇ ਆਪਣੀ ਤਾਂ ਨਿਆਦਰੀ ਹੋ ਜੂ, ਆਪਾਂ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ। ਉਹ ਜਿਹੜੀ ਰਾਣੀਆਂ ਦੋਨੇ ਬਹੁਤ ਹੁਸ਼ਿਆਰ ਚੁਸਤ ਸੀਗੀਆਂ। ਜਿਹੜੀ ਦੂਜੀ ਰਾਣੀ ਤੀ ਉਹ ਵਿਚਾਰੀ ਭੋਲੀ ਭਾਲੀ ਤੀ, ਪਰ ਸਤਵੰਤੀ ਤੀ, ਪਤੀਵਰਤਾ ਔਰਤ ਤੀ। ਉਹ ਦਿਨ ਪਾ ਕੇ ਉਹ ਬੱਚੇ ਦੀ ਮਾਂ ਬਣਨ ਵਾਲੀ ਹੋ ਗਈ। ਅਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਹਾਂ ਇਹ ਤਾਂ ਬੱਚੇ ਦੀ ਮਾਂ ਬਣਨ ਵਾਲੀ ਹੋ ਗਈ। ਜਦੋਂ ਉਹ ਦਿਨ ਟਾਈਮ ਆ ਗਿਆ, ਰਾਜੇ ਨੇ ਉਹਦੇ ਕਮਰੇ ਦੇ ਵਿੱਚ ਇੱਕ ਢੋਲ ਰੱਖਤਾ ਵੀ ਜੇ ਤੈਨੂੰ ਲੋੜ ਪਵੇ ਆਹ ਵਜਾ ਦੀ, ਮੈਂ ਉਸੇ ਟਾਈਮ ਹੀ ਆ ਜੂ। ਕਹਿੰਦੀ ਸਤ ਵਚਨ ਮਹਾਰਾਜ। ਉਹ ਦੋਨੇ ਰਾਣੀਆਂ ਉਹਦੇ ਮਹਿਲ 'ਚ ਗਈਆਂ, ਉਹਦੇ ਨਾਲ ਹੱਸੀਆਂ ਖੇਡੀਆਂ। ਫਿਰ ਕਹਿਣ ਲੱਗੀਆਂ ਆਹ ਢੋਲ ਕਿਉਂ ਰੱਖਿਆ ਇੱਥੇ। ਉਹ ਕਹਿੰਦੀ ਤੇ ਮੈਨੂੰ ਬਾਦਸ਼ਾਹ ਨੇ ਕਿਹਾ ਵੀ ਜੇ ਤੈਨੂੰ ਲੋੜ ਪਵੇ ਨਾ ਵਜਾ ਦੀ, ਮੈਂ ਉਸੇ ਟਾਈਮ ਆ ਜੂ। ਕਹਿੰਦੀ ਠੀਕ ਆ। ਕਿ ਉਹ ਬੜੀਆਂ ਚੁਸਤ ਚਲਾਕ ਸੀ ਗਈਆਂ। ਉਹ ਰਾਣੀ ਨੂੰ ਉਹਨਾਂ ਨੇ 24 ਘੰਟੇ ਧੋਖਾ ਦੇਣ ਦੀ ਸਕੀਮ ਸੋਚਦੀਆਂ ਰਹਿੰਦੀਆਂ ਸੀ ਵੀ ਜੇ ਕਿਸੇ ਟਾਈਮ ਇਹਨੂੰ ਆਪਾਂ ਧੋਖਾ ਦੇ ਕੇ ਬਾਦਸ਼ਾਹ ਦੇ ਨਾਲ ਉਹਦਾ ਮੋਹ ਤੋੜ ਦਈਏ, ਬਾਦਸ਼ਾਹ ਦਾ ਮੋਹ ਤੋੜ ਦਈਏ। ਅਤੇ ਉਹ ਦੂਜੇ ਦਿਨ ਫੇਰ ਗਈਆਂ, ਕਹਿੰਦੀਆਂ ਸਾਨੂੰ ਵਜਾ ਕੇ ਤਾਂ ਦਿਖਾ ਦੇ। ਉਹ ਕਹਿੰਦੀ ਨਹੀਂ, ਬਾਦਸ਼ਾਹ ਦਾ ਹੁਕਮ ਹੈ, ਬਿਨਾਂ ਕੰਮ ਤੋਂ ਹੀ ਵਜਾਉਣਾ ਨਹੀਂ। ਕਹਿੰਦੀ ਕੁਛ ਨਹੀਂ ਹੁੰਦਾ, ਤੂੰ ਵਜਾ ਦੇ। ਜਦੋਂ ਉਹਨੇ ਉਹਤੇ ਡੱਗਾ ਮਾਰਿਆ, ਬਾਦਸ਼ਾਹ ਨੂੰ ਆਵਾਜ਼ ਸੁਣੀ, ਤਲਵਾਰ 'ਚ ਬੈਠਿਆ ਨੂੰ ਉੱਠ ਕੇ ਆ ਗਿਆ। ਕਹਿੰਦਾ ਕੀ ਕੰਮ ਆ। ਕਹਿੰਦੀ ਕੰਮ ਤਾਂ ਕੋਈ ਨਹੀਂ ਸੀਗਾ, ਆ ਮੇਰੀਆਂ ਦਰਾਣੀਆਂ ਜਠਾਣੀਆਂ ਨੇ ਮੈਥੋਂ ਕਹਿ ਕੇ ਵਜਾਤਾ। ਕਹਿੰਦਾ ਵਜਾਉਣਾ ਨਹੀਂ, ਬਿਨਾਂ ਮਤਲਬ ਤੋਂ ਨਾ ਵਜਾਈਆਂ ਇਹਨੂੰ। ਬਾਦਸ਼ਾਹ ਮੁੜ ਗਿਆ। ਫਿਰ ਉਹ 5-4 ਦਿਨਾਂ ਬਾਅਦ ਫੇਰ ਮਸ਼ਵਰਾ ਬਣਾ ਕੇ ਆਈਆਂ ਵੀ ਅੱਜ ਫੇਰ ਵਜਾਉਣੇ ਆਪਾਂ ਤੋਂ ਕਹਿ ਕੇ। ਫੇਰ ਆ ਗਈਆਂ। ਕਹਿੰਦੀ ਤੂੰ ਸਾਡੀ ਛੋਟੀ ਭੈਣ ਆ, ਸਾਡੇ ਆਖੇ ਕਿਉਂ ਨਹੀਂ ਲੱਗਦੀ, ਤੂੰ ਵਜਾ ਦੇ, ਸਾਨੂੰ ਬੜਾ ਸੋਹਣਾ ਲੱਗਦਾ ਜਦੋਂ ਇਹ ਵੱਜਦਾ ਹੈ। ਉਹ ਕਹਿੰਦੀ ਨਹੀਂ, ਮੇਰੇ ਪਤੀ ਨੇ ਕਿਹਾ ਮੈਂ ਵਜਾਉਣਾ ਨਹੀਂ। ਕਹਿੰਦੀਆਂ ਨਾ ਵਜਾ ਦੇ। ਕਹਿੰਦੀ ਮੈਂ ਨਹੀਂ ਵਜਾਉਂਦੀ, ਤੁਸੀਂ ਵਜਾ ਲਓ। ਉਹਨਾਂ ਨੇ ਤਾਂ ਜ਼ੋਰ ਦੀ ਵਜਾਇਆ। ਰਾਜਾ ਫੇਰ ਆਇਆ, ਕਹਿਣ ਲੱਗੇ ਕੀ ਗੱਲ ਆ। ਕਹਿੰਦੀ ਮਹਾਰਾਜ ਕੋਈ ਕੰਮ ਨਹੀਂ, ਕੋਈ ਗੱਲ ਨਹੀਂ, ਆਹ ਰਾਣੀਆਂ ਨੇ ਮੈਥੋਂ ਮਜਬੂਰੀ ਨਾਲ ਆਪ ਵਜਾ ਲਿਆ। ਕਹਿੰਦਾ ਰਾਜਾ ਹਰਖ ਗਿਆ। ਕਹਿੰਦਾ ਬਿਨਾਂ ਮਤਲਬ ਤੁਹਾਨੂੰ ਮੈਂ ਕਿਹਾ ਸੀ ਵਜਾਉਣਾ ਨਹੀਂ। ਕਹਿੰਦੀ ਮੈਂ ਕੀ ਕਰਾਂ, ਇਹਨਾਂ ਨੇ ਵਜਾਤਾ, ਮੇਰੀ ਦਰਾਣੀਆਂ ਜਠਾਣੀਆਂ ਨੇ। ਰਾਜਾ ਮੁੜ ਗਿਆ। ਜਦੋਂ ਬੱਚਾ ਪੈਦਾ ਹੋਣ ਦਾ ਸਮਾਂ ਆ ਗਿਆ, ਦਾਈ ਬੁਲਾ ਲਈ। ਦਾਈ ਨੂੰ ਉਹਨਾਂ ਨੇ ਪਰੇ ਕਰਕੇ ਕਹਿੰਦੀਆਂ ਤੈਨੂੰ ਪੈਸੇ ਦੇਵਾਂਗੀਆਂ, ਜਿੰਨਾ ਮਰਜ਼ੀ ਲੈ ਲਈ, ਪਰ ਜਿਹੜਾ ਬੱਚਾ ਹੋਇਆ ਉਹਨੂੰ ਜੰਮਦੇ ਨੂੰ ਗਲ ਘੁੱਟ ਕੇ ਮਾਰਦੀ। ਅਤੇ ਜਦੋਂ ਉਹਦੇ ਬੱਚਾ ਜਨਮਿਆ ਮੁੰਡਾ, ਅਤੇ ਮੱਥੇ 'ਤੇ ਚੰਦਰਮਾ, ਠੋਡੀ 'ਤੇ ਤਾਰਾ, ਬੜਾ ਸੋਹਣਾ ਸੁਨੱਖਾ ਬੱਚਾ। ਉਹ ਕਹਿੰਦੀ ਕੀ ਹੈ। ਕਹਿੰਦੀ ਰਾਜਕੁਮਾਰ ਆ। ਕਹਿੰਦੀ ਮਾਰ ਦੇ। ਕਹਿੰਦੀ ਮੈਂ ਨਹੀਂ ਇਹ ਪਾਪ ਕਰਦੀ, ਮੈਂ ਐਡਾ ਅਪਰਾਧ ਨਹੀਂ ਕਰਦੀ। ਨਮ ਜਪ ਬੱਚੇ ਨੂੰ ਮਾਰ ਕੇ ਮੈਂ ਕਿਤੇ ਨਰਕਾਂ 'ਚ, ਮੇਰਾ ਤਾਂ ਖਤਮ ਹੀ ਹੋ ਜੂ ਮੇਰਾ ਸਾਰਾ ਕੁਛ। ਅਤੇ ਕਿਉਂ ਸਖਤੀ ਨਾਲ ਮਰਵਾ ਨਾ ਸਕਣਾ, ਐ ਸੀ ਵੀ ਰਾਜੇ ਨੂੰ ਦੱਸ ਦੂ। ਕਹਿੰਦੀਆਂ ਗਾਇਬ ਕਰ ਦੇ। ਕਹਿੰਦੀ ਮਾਰਦੀ ਨਹੀਂ, ਗਾਇਬ ਕਰ ਦਿੰਦੀ ਹਾਂ।
ਕੁਛ ਲਾਲਚ ਹੋ ਗਿਆ ਪੈਸਿਆਂ ਦਾ ਵੀ, ਨਾਲੇ ਮੈਂ ਬੱਚਾ ਬਚਾ ਲੈਂਦੀ ਹਾਂ, ਨਾਲੇ ਮੈਂ ਪੈਸੇ ਲੈ ਲੈਂਦੀ ਹਾਂ। ਉਸ ਰਾਣੀ ਦੇ ਬਰਾਬਰ ਪੱਥਰ ਪਾਤਾ ਇੱਕ ਨੂੰ ਛੋਟਾ ਜਿਹਾ ਲਿਜਾ ਕੇ, ਅਤੇ ਉਹ ਬੱਚੇ ਨੂੰ ਚੱਕ ਕੇ ਸਾਂਭ ਸਮਈਆ ਕਰਕੇ ਬਲੇਟ ਕੇ ਕੱਪੜਿਆਂ ਲੁਕੋ ਕੇ ਆਪਦੇ ਘਰੇ ਲੈ ਗਈ। ਆਪਦੇ ਬੰਦੇ ਨੂੰ ਕਹਿੰਦੀ ਬਈ ਇਸ ਬੱਚੇ 'ਚ ਗੌਰ ਰੱਖਣੀ ਆ, ਜੇ ਰੋਇਆ ਨਾ ਇਹਨੂੰ ਦੁੱਧ ਦੀ ਬੱਤੀ ਦੇ ਦੇਈ। ਫਿਰ ਉਹ ਆ ਗਈ, ਢੋਲ ਵਜਾਤਾ, ਰਾਜਾ ਆਇਆ, ਕਹਿਣ ਲੱਗਿਆ ਦਾਈ ਦੱਸ ਰਾਜਕੁਮਾਰ ਆ ਕਿ ਰਾਜਕੁਮਾਰੀ ਹੈ? ਉਹ ਕਹਿੰਦੀ ਆ ਬਾਦਸ਼ਾਹ ਨਾ ਰਾਜਕੁਮਾਰ ਆ ਨਾ ਰਾਜਕੁਮਾਰੀ ਹੈ, ਰਾਣੀਆਂ ਹੀ ਕਹਿੰਦੀਆਂ ਤਾਂ ਤੇਰੀ ਰਾਣੀ ਦੇ ਘਰ ਦਾ ਪੱਥਰ ਜਰਮਿਆ। ਉਹ ਬੜਾ ਦੁਖੀ ਹੋਇਆ ਵੀ ਮੈਂ ਵਿਆਹ ਤਾਂ ਕਰਾਇਆ ਸੀ ਲਾਦ ਦੀ ਖਾਤਰ, ਵੀ ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ। ਬਾਦਸ਼ਾਹ ਚੁੱਪ ਕਰਕੇ ਦਲਵਾਰ ਨੂੰ ਮੁੜ ਗਿਆ ਅਤੇ ਉਹਦਾ ਸਾਂਭ ਸਮਈਆ ਕਰਿਆ। ਉਹ ਦਾਈ ਜਦੋਂ ਆਪਦੇ ਘਰੇ ਗਈ, ਉਹਨੇ ਤੜਕੀ ਸਦੇਹਾਂ, ਉਹਦੀ ਭੈਣ ਸੀਗੀ 5-7 ਕੋਹ 'ਤੇ ਰਹਿੰਦੀ, ਉਹ ਵੀ ਦਾਈ ਦਾ ਕੰਮ ਕਰਦੀ ਸੀ। ਉਹਦੇ ਕੋਲੋਂ ਕੁੜੀ ਹੋ ਕੇ ਮਰ ਗਈ, ਅਤੇ ਉਹ ਕਹਿੰਦੀ ਮੇਰੀ ਭੈਣ ਨੂੰ ਸਮਾ ਕੇ ਆਉਣੀ ਆ, ਦੁੱਧ ਚੁੰਘ ਲਿਆ ਕਰੂਗਾ। ਉੱਥੇ ਲੈ ਗਈ ਉਹਨੂੰ, ਕਹਿੰਦੀ ਲੈ ਭੈਣੇ ਇਹ ਬਾਦਸ਼ਾਹ ਦਾ ਪੁੱਤ ਆ, ਇਹਨੂੰ ਦੁੱਧ ਚੰਗਾਈ ਪੁੱਤ ਵਾਂਗੂ ਪਾਲੀ। ਪਰ ਰਾਣੀਆਂ ਤਾਂ ਕਹਿੰਦੀਆਂ ਦੀ ਮਾਰਦੀ, ਕਹਿੰਦੀ ਨਾ ਨਹੀਂ ਇੰਨਾ ਪਾਪ ਨਾ ਕਰੀ, ਪਾਪ ਨੇ ਕਿੱਥੇ ਭਰੇਂਗੀ। ਕਹਿੰਦੀ ਨਾ ਮੈਂ ਜਵਾਬ ਦੇਤਾ, ਪਰ ਇਹਨੂੰ ਪਾਲ ਪੁੱਤ ਬਣਾ ਕੇ ਪਾਲੀ। ਕਹਿੰਦੀ ਹਾਂ ਮੇਰਾ ਦੁੱਧ ਉਤਰਦਾ, ਮੇਰਾ ਬੱਚਾ ਮਰਿਆ, ਮੈਂ ਪਾਲੂੰਗੀ। ਉਹ ਦੌਲਤਾਂ ਦਾ ਹੀ ਸੀ ਜਿਹੜੇ ਪਾਲਦੀ ਸੀ, ਪਾਲਣ ਲੱਗ ਗਈ। ਭਾਈ ਬਾਦਸ਼ਾਹ ਤਾਂ ਬਹੁਤ ਉਦਾਸ ਹੋ ਗਿਆ ਵੀ ਤੀਜੀ ਰਾਣੀ ਦੇ ਵੀ ਬੱਚਾ ਨਹੀਂ ਹੋਇਆ, ਵੀ ਹੁਣ ਆਪਣੇ ਕਰਮਾਂ 'ਚ ਔਲਾਦ ਨਹੀਂ। ਉਹਨੇ ਜੋਸ਼ੀਆਂ ਨੂੰ ਪੁੱਛਿਆ, ਤਕੜਿਆਂ ਨੂੰ ਸੱਦ ਕੇ, ਕਹਿੰਦਾ ਦੱਸੋ? ਕਹਿੰਦੇ ਬਾਦਸ਼ਾਹ ਲਾਦ ਤੇਰੇ ਕਰਮਾਂ 'ਚ ਪੁੱਤਰ ਹੈ, ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦਾ ਮੇਰੀ ਤਾਂ ਰਾਣੀ ਦੇ ਪੱਥਰ ਹੋ ਗਿਆ। ਕਹਿੰਦੇ ਨਾ ਤੇਰੇ ਪੁੱਤਰ ਹੈ। ਕਹਿਣ ਲੱਗਾ ਚਲੋ ਦੇਖੋ ਵੀ ਦੂਜੇ ਜਾਪੇ ਦੇਖਿਆ ਜਾਊਗਾ। ਅਤੇ ਜਿਹੜੀ ਉਹ ਰਾਣੀ ਸੀਗੀ ਬਾਦਸ਼ਾਹ ਦੀ, ਉਹ ਰੂਪਾਵਤੀ ਨਾਂ ਸੀ ਉਹਦਾ। ਹੁਣ ਉਹਨੂੰ ਵਿਚਾਰੀ ਨੂੰ ਉਸ ਟਾਈਮ ਕੀ ਪਤਾ ਸੀ ਮੇਰੇ ਬੱਚੇ ਨੇ ਜਨਮ ਲਿਆ ਕੀ ਚੀਜ਼ ਆ। ਪਰ ਉਹ ਬਾਦਸ਼ਾਹ ਨੂੰ ਕਿਆ ਕਰੇ, ਬਾਦਸ਼ਾਹ ਇਹ ਹੋ ਕੀ ਗਿਆ, ਮੈਨੂੰ ਮੇਰੇ ਪੇਟ 'ਚ ਬੱਚਾ ਹਿਲਦਾ, ਜਦੋਂ 5 ਮਹੀਨਿਆਂ ਦਾ ਬੱਚਾ ਹੋ ਜਾਏ ਨਾ ਮਾਂ ਨੂੰ ਪਤਾ ਲੱਗਣ ਲੱਗ ਜਾਂਦਾ ਬੱਚਾ ਹਿਲਦਾ। ਕਹਿੰਦੀ ਮੇਰੇ ਪੇਟ 'ਚ ਬੱਚਾ ਹਿਲਦਾ ਰਿਹਾ, ਪੱਥਰ ਤਾਂ ਹਿਲ ਨਹੀਂ ਸੀ ਸਕਦਾ। ਰਾਜਾ ਕਹਿੰਦਾ ਹਾਂ। ਰਾਜਾ ਕਹਿੰਦਾ ਫਿਰ ਜੋਸ਼ੀਆਂ ਦੀ ਗੱਲ ਪੱਕੀ ਆ। ਕਹਿੰਦੀ ਬਾਦਸ਼ਾਹ ਮੈਂ ਗੌਰ ਰੱਖਦੀ ਰਹੀ ਹਾਂ, 5ਵੇਂ ਮਹੀਨੇ ਬੱਚਾ ਹਿਲਦਾ। ਕਹਿੰਦੀ ਹਿਲਦਾ ਰਿਹਾ, ਕੋਈ ਕਾਰਨ ਹੈ। ਰਾਜਾ ਕਹਿਣ ਲੱਗਿਆ ਹੁਣ ਕੀ ਕਹਿ ਸਕਦਾ। ਦਾਈ ਵੀ ਕਹਿੰਦੀ ਹਾਂ ਪੱਥਰ ਜਰਮਿਆ। ਦਾਈ ਨੇ ਕਿਹਾ ਜੇ ਮੈਂ ਮੁੱਕਰ ਦਿਆ ਰਾਜਾ ਮੈਨੂੰ ਮਾਰ ਦੂ, ਵੀ ਤੂੰ ਤਾਂ ਕਹਿੰਦੀ ਸੀ ਪੱਥਰ ਹੈ, ਹੁਣ ਕਹਿੰਦੀ ਆ ਬੱਚਾ ਹੈ। ਉਹ ਬੱਚੇ ਨੂੰ ਉਸਨੇ ਪਾਲਿਆ, ਬੱਚਾ 16 ਸਾਲ ਦਾ ਹੋ ਗਿਆ। ਉਹ ਬਹੁਤ ਜਵਾਨ, ਹੱਡ ਪੈਰਾਂ ਦਾ ਖੁੱਲ੍ਹਿਆ, 20 ਸਾਲ ਦਾ ਵਰਗਾ ਲੱਗੇ। ਅਤੇ ਪਿੰਡ ਦੇ ਲੋਕ ਵੀ ਕਹਿਣ ਉਹ ਦਾਈ ਦੇ ਘਰੇ ਕੀ ਸੋਹਣਾ ਮੁੰਡਾ ਹੈ, ਮੱਥੇ ਚੰਦਰਮਾ, ਠੋਡੀ ਜੀ ਤਾਰਾ, ਉਹਦਾ ਨਾਂ ਤਾਰਾ ਹੀ ਧਰਤਾ ਦਾਈ ਨੇ। ਉਹ ਇੱਕ ਦਿਨ ਕਹਿਣ ਲੱਗਿਆ 16 ਸਾਲ ਦਾ ਹੋਇਆ, ਕਹਿੰਦਾ ਮਾਂ ਮੈਂ ਸੈਲ ਕਰਨ ਜਾਣਾ, ਘੁੰਮ ਕੇ ਆਉਣਾ। ਕਹਿੰਦੀ ਪੁੱਤ ਘਰੇ ਮੁੜਿਆ ਹੀ, ਤੂੰ ਇਕੱਲਾ ਹੈ? ਕਹਿੰਦਾ ਨਹੀਂ ਮੈਂ ਮੁੜ ਤਾਂ ਘਰ ਹੀ ਆਊਂ, ਮੈਂ ਜਾਣਾ। ਭਾਈ ਉਹ ਮੁੰਡਾ ਘਰੋਂ ਤਿਆਰ ਹੋ ਕੇ ਅਤੇ ਚੱਲ ਪਿਆ ਚੜ੍ਹਦੀ ਸਾਈਡ ਨੂੰ। ਉੱਥੋਂ 10 ਕਿਲੋਮੀਟਰ 'ਤੇ ਰਾਜ ਸੀ ਇੱਕ ਬਾਦਸ਼ਾਹ ਦਾ, ਅਤੇ ਬਾਗ ਸੀ, ਰਾਜੇ ਦੀ ਕੁੜੀ ਸੀ, ਉਹਦਾ ਨਾਂ ਸੋਹਣਾ ਸੀ, ਸਿਉਣਾ। ਉਹ ਮੱਥਾ ਚਮਕਦਾ ਦੀ ਮਾਂ ਨੇ ਸਿਉਣਾ ਹੀ ਧਰ ਲੈ ਦੀ ਨਾਂ, ਕਹਿੰਦੀ ਸਿਉਣਾ ਹੀ ਧਰ ਦੇ, ਉਹਦਾ ਨਾਂ ਸਿਉਣੇ ਵਾਂਗੂ ਚਮਕਦੀ ਆ। ਉਹ ਲੈ ਕੇ ਬਾਂਦੀਆਂ ਨੂੰ ਤੁਰੀ ਆਉਂਦੀ ਹੈ। ਜਦੋਂ ਤੁਰਿਆ ਆਉਂਦਾ ਮੁੰਡਾ, ਬਾਂਦੀਆਂ ਕਹਿੰਦੀਆਂ ਨਹੀਂ ਦੇਖ ਕੀ ਸੋਹਣਾ ਮੁੰਡਾ ਆਉਂਦਾ। ਕਹਿੰਦੀ ਹਾਂ। ਕਹਿੰਦੀ ਬਹੁਤ ਸੋਹਣਾ, ਤੂੰ ਤਾਂ ਕੀ ਸੋਹਣੀ ਆ, ਤੇਰੇ ਨਾਲ ਦੁੱਗਣਾ ਸੋਹਣਾ ਹੈ। ਕਹਿੰਦੀ ਬੁਲਾਓ ਇਹਨੂੰ। ਉਹਨੂੰ ਬੁਲਾ ਲਿਆ।
ਕਹਿੰਦੀਆਂ ਉਰੇ ਆਓ, ਡਰ ਗਿਆ। ਉਹਨੇ ਆਖਿਆ ਇਹ ਤਾਂ ਕਿਸੇ ਬਾਦਸ਼ਾਹ ਦੀਆਂ ਗੋਲੀਆਂ ਨੇ, ਮੈਂ ਤਾਂ ਕੋਈ ਗਲਤੀ ਨਹੀਂ ਕਰੀ। ਕਹਿੰਦਾ ਹਾਂ ਜੀ ਦੱਸੋ। ਨੀਵੀਂ ਪਾ ਕੇ ਖੜ ਗਿਆ। ਉਹ ਰਾਜਕੁਮਾਰੀ ਕਹਿਣ ਲੱਗੀ ਸੋਨਾ, ਕਹਿੰਦੀ ਉੱਪਰ ਮੂੰਹ ਚੱਕ ਮਾਂ ਦਿਆ ਚੰਦਾ। ਜਦੋਂ ਉਹਨੇ ਉੱਪਰ ਮੂੰਹ ਚੱਕ ਕੇ ਦੇਖ ਕੇ ਸ਼ਕਲ ਸਕੂਰਤ ਤੇ ਦਮਕਾਂ ਪੈਣ ਮੋਹਿਤ ਹੋ ਗਈ। ਕਹਿਣ ਲੱਗਿਆ ਮੈਨੂੰ ਇਜਾਜ਼ਤ ਆ, ਮੈਂ ਵਗ ਜਾ। ਕਹਿੰਦੀ ਨਹੀਂ, ਜਿੱਥੇ ਹੁਣ ਅਸੀਂ ਆ ਗਿਆ ਜਾਣਾ ਕਿਧਰੇ ਨਹੀਂ ਹੁਣ ਤਾਂ। ਕਹਿੰਦਾ ਕਿਉਂ? ਕਹਿੰਦੀ ਤੂੰ ਮੇਰਾ ਪਤੀ ਹੈ, ਮੈਂ ਤੇਰੇ ਨਾਲ ਵਿਆਹ ਕਰਾਊਂ। ਉਹ ਕਹਿੰਦਾ ਮੈਂ ਤਾਂ ਗਰੀਬ ਦਾਈ ਦਾ ਪੁੱਤਾਂ, ਗਰੀਬ ਹਾਂ ਅਸੀਂ ਤਾਂ, ਤੂੰ ਬਾਦਸ਼ਾਹ ਦੀ ਕੁੜੀਆਂ, ਤੇਰੇ ਨਾਲ ਮੇਰਾ ਕੀ ਮੇਲ ਹੈ। ਕਹਿੰਦੀ ਨਹੀਂ ਤੇ ਜਾਣਾ ਨਹੀਂ, ਬਹਿ ਜਾ ਇੱਥੇ। ਕੁਰਸੀ ਡਾਹਤੀ। ਫੇਰ ਕਿਹਾ ਉਹਨੇ, ਕਹਿੰਦਾ ਰਾਜਕੁਮਾਰੀ ਤੂੰ ਬਾਦਸ਼ਾਹ ਦੀ ਧੀ ਆ, ਮੈਂ ਗਰੀਬ ਬੰਦਾ, ਮੇਰਾ ਤੇਰੇ ਨਾਲ ਕੀ ਮੇਲ ਹੈ। ਕਹਿੰਦੀ ਮੇਰਾ ਗਰੀਬੀ ਨਾਲ ਗੱਲ ਨਹੀਂ, ਮੇਰੀ ਤੇਰੇ ਹੁਸਨ ਰੂਪ ਨਾਲ ਗੱਲ ਹੈ। ਤੇਰਾ ਨਾਂ ਕੀ ਆ? ਕਹਿੰਦਾ ਮੇਰੀ ਮਾਂ ਨੇ ਮੇਰੇ ਨਾਲ ਤਾਰਾ ਧਰਤਾ। ਕਹਿੰਦੀ ਹਾਂ ਤੇਰੀ ਠੋਡੀ 'ਤੇ ਤਾਰਾ ਹੈ। ਉਹ ਕਹਿੰਦੀ ਗੋਲੀਆਂ ਨੂੰ ਜਾਓ, ਮੇਰੀ ਮਾਂ ਅਤੇ ਪਿਓ ਨੂੰ ਬੁਲਾ ਕੇ ਲਿਆਓ। ਗੋਲੀਆਂ ਗਈਆਂ ਭੱਜੀਆਂ। ਰਾਜਾ ਅਤੇ ਰਾਣੀ ਮਹਿਲਾਂ ਦੇ ਵਿੱਚ ਬੈਠੇ ਨੇ, ਗੱਲਾਂ ਕਰੀ ਜਾਂਦੇ ਨੇ। ਜਾ ਕੇ ਗੋਲੀਆਂ ਕਹੀਆਂ, ਰਾਣੀ ਵਧਾਈਆਂ, ਬਾਦਸ਼ਾਹ ਵਧਾਈਆਂ। ਉਹ ਕਹਿੰਦਾ ਕਾਹਦੀਆਂ ਵਧਾਈਆਂ? ਕਹਿੰਦੀ ਨਹੀਂ ਵਧਾਈਆਂ। ਕਹਿੰਦਾ ਕਾਸ ਦੀਆਂ? ਕਹਿੰਦੀ ਤੇਰੀ ਸੋਨਾ ਦੇ ਅੱਜ ਕਹਿੰਦੀ ਮੁਕਾਬਲੇ ਦਾ ਉਹਨੂੰ ਪਤੀ ਮਿਲ ਗਿਆ, ਬਾਗ ਦੇ ਵਿੱਚ ਬੈਠਾ ਮੁੰਡਾ, ਤੈਨੂੰ ਅਸੀਂ ਲੈਣ ਆਇਆ। ਉਹਨੇ ਕਿਹਾ ਵੀ ਮੈਂ ਤਾਂ ਇਹਦੇ ਨਾਲ ਸ਼ਾਦੀ ਕਰਾਉ। ਭਾਈ ਰਾਣੀ ਖੁਸ਼ ਹੋ ਗਈ, ਕਹਿੰਦੀ ਚਲੋ ਮੁਟਿਆਰ ਧੀ ਹੈ, ਜੇ ਧੀ ਦੇ ਪਸੰਦ ਹੈ ਆਪਣੇ ਤਾਂ ਫਿਰ ਪਸੰਦੀ ਹੈ। ਰਾਜਾ ਕਹਿੰਦਾ ਚੱਲ। ਰਾਜਾ ਕਹਿਣ ਲੱਗਾ ਕੁੜੀ ਤਾਂ ਵਿਆਹ ਦਿਆਂਗੇ। ਕਹਿੰਦੀ ਨਹੀਂ ਤੂੰ ਚੱਲ ਤਾਂ ਸਹੀ, ਦੇਖ ਪਹਿਲਾਂ। ਜਦੋਂ ਗਈ, ਜਦੋਂ ਬਾਦਸ਼ਾਹ ਨੇ ਜਾ ਕੇ ਦੇਖਿਆ ਵੀ ਹਾਂ ਵੀ ਵਾਕਈ ਕੀ ਨਾਂ ਆ ਕਾਕਾ ਤੇਰਾ? ਕਹਿੰਦਾ ਜੀ ਮੇਰਾ ਨਾਂ ਤਾਰਾ ਹੈ। ਕਹਿੰਦਾ ਵਾਕਈ ਤਾਰਾ ਹੈ। ਕਿਹਦਾ ਪੁੱਤ ਹੈ? ਕਹਿੰਦਾ ਜੀ ਮੈਂ ਤਾਂ ਦਾਈ ਦਾ ਮੁੰਡਾ, ਫਲਾਣੇ ਥਾਂ ਦੌਲਤਾਂ ਮੇਰੀ ਮਾਂ ਦਾਈ ਹੈ। ਅਤੇ ਹੈਗੇ ਜਾਤੀ ਕੀ ਆ ਤੁਹਾਡੀ? ਕਹਿੰਦਾ ਜਾਤੀ ਦਾ ਜੱਟਾਂ ਗੇ, ਗਰੀਬ ਆ ਮੇਰੀ ਮਾਂ ਨੇ ਇਹ ਕੰਮ ਸਿੱਖਿਆ ਹੈ। ਬੱਚੇ ਪਾਲੀ ਜਾਂਦੀ ਆ, ਬਸ ਸਾਡੇ ਜਦੋਂ ਜਾਂਦੀ ਹੈ ਕਿਸੇ ਦੇ ਜਾਪੇ ਦੇ ਪੈਸੇ ਮਿਲ ਜਾਂਦੇ ਨੇ, ਕੱਪੜੇ ਮਿਲ ਜਾਂਦੇ ਨੇ, ਦਾਣੇ ਦੇ ਦਿੰਦੇ ਆ। ਕਹਿੰਦਾ ਅੱਛਾ। ਕਹਿੰਦਾ ਹਾਂ। ਉਹ ਕੁੜੀ ਕਹਿੰਦੀ ਬਾਪੂ ਜਾਤੀਆਂ ਕੰਨੀ ਨਾ ਦੇਖ, ਮੇਰਾ ਇਹ ਪਤੀ ਹੋ ਚੁੱਕਿਆ, ਮੈਂ ਤੋਂ ਬਿਨਾਂ ਵਿਆਹ ਨਹੀਂ ਕਿਸੇ ਨਾਲ ਕਰਾਉਂਦੀ। ਉਹ ਕਹਿਣ ਲੱਗਿਆ ਨਹੀਂ ਬੇਟਾ ਆਪਾਂ ਸੱਤਰੀ ਹਾਂ, ਕਿਸੇ ਸੂਦਰ ਨਾਲ ਮੈਂ ਤੈਨੂੰ ਵਿਆਹ ਨਹੀਂ ਸਕਦਾ। ਉਹ ਕਹਿੰਦੀ ਪਰ ਸੂਦਰ ਤਾਂ ਹੈ ਨਹੀਂ, ਜ਼ਿਮੀਂਦਾਰ ਹੈ ਤਾਂ। ਰਾਣੀ ਕਹਿੰਦੀ ਠੀਕ ਆ। ਰਾਣੀ ਕਹਿਣ ਲੱਗੀ ਚਲੋ ਇਹਨੂੰ ਮਹਿਲਾਂ 'ਚ ਲੈ ਚੱਲੋ। ਜੋ ਮਹਿਲਾਂ 'ਚ ਲੈ ਗਈ, ਉਹ ਮੁੰਡਾ ਕਹਿੰਦਾ ਤੁਸੀਂ ਐਂ ਕਰੋ, ਮੈਨੂੰ ਮੇਰੀ ਮਾਂ ਕੋਲੇ ਵਗ ਜਾਣ ਦਿਓ। ਉਹ ਰਾਜਕੁਮਾਰੀ ਨੂੰ ਐਂ ਹੋ ਗਿਆ ਵੀ ਜੇ ਕੇਰਾਂ ਵਗ ਗਿਆ ਨੇ ਥਿਆਉਣਾ ਨਹੀਂ ਭੱਜੂ। ਕਹਿੰਦੀ ਮੈਂ ਨਹੀਂ ਜਾਣ ਦਿੰਦੀ। ਉਹ ਰਾਜਾ ਕਹਿੰਦਾ ਐਂ ਦੱਸ ਤੇਰਾ ਪਿੰਡ ਕਿਹੜਾ? ਕਿ ਜੀ ਫਲਾਨਾ ਹੈ। ਕਹਿੰਦਾ ਐਂ ਕਰ ਨੌਕਰ ਨੂੰ ਕਹਿੰਦਾ ਜਾਓ ਘੋੜੇ 'ਤੇ ਇਹਦੀ ਮਾਂ ਨੂੰ ਹੀ ਬਹਾ ਲਿਆਓ। ਭਾਈ ਜਦੋਂ ਬਾਦਸ਼ਾਹ ਦੇ ਨੌਕਰ ਘੋੜੇ ਲੈ ਕੇ ਗਏ, ਪੁੱਛਿਆ ਵੀ ਦੌਲਤਾਂ ਦਾਈ ਦਾ ਘਰ ਕਿਹੜਾ ਹੈ? ਦੱਸਤਾ ਕਿਸੇ ਨੇ ਵੀ ਉਹ ਬੀਹੀ ਦੇ ਤੁਰੇ ਜਾਓ, ਉੱਥੇ ਬੀਹੀ ਮੁੱਕੂਗੀ, ਕੱਚਾ ਜਾ ਘਰ ਉਹ ਦੌਲਤਾਂ ਦਾ ਹੀ ਹੈ। ਜਦੋਂ ਗਈ ਦੌਲਤਾਂ ਬਾਰ 'ਚ ਬੈਠੀ ਹੈ। ਜਾ ਕੇ ਪੁੱਛਿਆ ਮਾਈ ਦੌਲਤਾਂ ਦਾ ਘਰ ਕਿਹੜਾ ਹੈ? ਕਹਿੰਦੀ ਮਾਈ ਦੌਲਤਾਂ।